एक शख्स ਨੂੰ ਚਿੱਟੇ ਦਿਨੀ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਚੀਖਦਾ ਰਿਹਾ, चिल्लाਉਂਦਾ ਰਿਹਾ, ਮਦਦ ਦੀ ਗੁਹਾਰ ਲਗਾਉਂਦਾ ਰਿਹਾ, ਪਰ ਕੋਈ ਅੱਗੇ ਨਹੀਂ ਆਇਆ। ਪਰ ਆਖਿਰ ਕਿਉਂ ਇਸ ਸ਼ਖਸ ਨੂੰ ਇੰਨੀ ਬੇਰਹਿਮ ਮੌਤ ਦਿੱਤੀ ਗਈ? आखिर क्यों इस खौफनाक वारदात ਨੂੰ अंजाम दिता गया? एक रिपोर्ट दे राही समझाਉਂਦੇ ਹਾਂ, ਲਓ ਵੇਖੋ। एक बार मुड़ पुरानी रंजिश कारण टुलिया खून, एक बार फिर पुरानी रंजिश कारण होए कतल, एक बार फिर एक होर परिवार ने गवाया पुत। जी हाँ, यह तस्वीर उस नौजवान की है जिसका कतल होया है, जिसनों तेजधार हथियारों के नाल वड़ दिता गया, जिसनों बेरहम मौत दी गई। सब कुछ होया है पुरानी रंजिश के चलदियां। पुरानी रंजिश जिसने वड्डी वारदात करवा दी ते कतल करवा दिता एक नौजवान का। खौफनाक तस्वीरां निकल के सामने आईयां ने सुजानपुर दे पिंड ढूक तो, जिथे पिंड दे दो नौजवानों ते कतल करन दे इल्जाम लग रहे हैं। जानकारी मुताबक मृतक नौजवान घरों दुकान खोलन दे लई जा रहा सी। पिंड दे दो नौजवानों ने तेजधार हथियार दे नाल उस ते हमला कर दिता, जिस कारण उस दी मौत हो गई। इस बारे जब परिवार वालियां नूं पता चलिया तो उन्होंने मुलजमां दे खिलाफ कार्रवाई नूं लैके शाहपुर कंडी रोड जाम कर दिता। परिवार वालियां दा कहना है कि साडा मुंडा सवेरे दुकान खोलन दे लई गया सी, मुलजमां ने उस ते हमला कर दिता। उन्होंने कहा कि पहलां भी इन्हां दे नाल झगड़ा होया सी, शायद इसे नूं लैके मुलजमां ने इस वारदात नूं अंजाम दिता। ठीक है, मैनू मेरे भरा का फोन आया मेरे, ठीक है, वो कहता कि इदा दा गल हो गई इत्थे, मतलब कि बामणा के दो मुंडे जिहड़े शंकरदीप गौतम ते आकाशदीप गौतम, ठीक है, भरा मेरा इत्थे मट्टी है सामने दुकान है, दुकान इत्थे करदा सी अपनी बारबर दी शॉप, ठीक है। वो आया दुकान ते ये पता नहीं परसों दे कि कल दे घर आए दे ही, आंदे बड़े घट घर वैसे बामणा के मुंडे जिहड़े, ठीक है। अज सवेरे जदों ये भरा मेरा दुकान ते आया ते आके खोलन लगा ना दुकान, ते इन्हां ने आके सीधा ही दराड़ पई सिर च मारता ते, ठीक है। इन्हां दा सिर ही मतलब कि पूरा ਲੱਤ ਜਾ ਪਿਆ ਤੇ ਇਹ ਮਤਲਬ ਕਿ ਭਾਈ ਇਹ ਇਹਨਾਂ ਦਾ ਕੰਮ ਹੀ ਇਹੋ ਹੀ ਆ। ਜਦੋਂ ਵੀ ਘਰ ਆਣਾ ਇਹਨਾਂ ਨੇ ਨਾ ਮਤਲਬ ਕਿ ਅੱਬਲ ਪਹਿਲਾਂ ਭਾਜੀ ਸਾਡਾ ਇਹ ਹੋਇਆ ਕਿ ਜਦੋਂ ਲੋਕਡਾਊਨ ਲੱਗਾ ਸੀ ਨਾ 20 ਮਾਰਚ ਦੀ ਗੱਲ ਹੈ 2020 ਦੀ, ਉਦੋਂ ਵੀ ਇਹਨਾਂ ਨੇ ਮਤਲਬ ਕਿ ਪਿੰਡ 'ਚ ਸਾਡੇ ਭਰਾ ਨਾਲ ਇਹਦੇ ਜਿਹੜਾ ਜਿਹਦੀ ਅੱਜ ਡੈਥ ਹੋਈ ਆ, ਇਹਨਾਂ ਨਾਲ ਮਤਲਬ ਕਿ ਉਦੋਂ ਵੀ ਝਗੜਾ ਕੀਤਾ ਇਹਨਾਂ ਨੇ, ਠੀਕ ਹੈ। ਤੇ ਇਹ ਭਰਾ ਮੇਰਾ ਉਦੋਂ ਵੀ ਅਰੈਸਟ ਰੂਸਟ ਹੋਏ ਦੇ, ਚਲੋ ਜ਼ਮਾਨਤੀ ਬਾਹਰ ਆਇਆ ਦਾ ਸੀ ਮੇਰਾ ਭਰਾ ਹੈ, ਠੀਕ ਹੈ ਨਾ। ਪਰ ਉਦੋਂ ਦੀ ਇਹ ਹੁਣ ਲੈ ਕੇ ਗੱਲਬਾਤ ਉਹਦੇ ਉਸੇ ਗੱਲ ਤੇ ਅੱਜ ਇਹ ਕੰਮ ਕੀਤਾ ਭਾਈ ਇਹਨਾਂ ਨੇ, ਦੇਖੋ ਯਾਰ। इस दे नाल ही धरना दे रहे स्थानक लोगों ने इंसाफ की मंग की, आख्या कि मुलजमां नूं सख्त तो सख्त सज़ा दी जानी चाहिए। ਜਿਹੜਾ ਕਤਲ ਹੋਇਆ ਸਾਰਾ ਇਲਾਕਾ ਮਤਲਬ ਇੱਥੇ ਇਕੱਠਾ ਹੋਇਆ ਵੀ ਜਿਹੜਾ ਕਤਲ ਉਹ ਫੌਰਨ ਅੰਦਰ ਕੀਤੇ ਜਾਣ, ਜਿਹੜੇ ਉਹਨਾਂ ਦੇ ਮਾਸਟਰਮਾਈਂਡ ਨੇ ਉਹ ਵੀ ਅੰਦਰ ਕੀਤੇ ਜਾਣ, ਔਰ ਉਹਨਾਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ। ਉਹਨਾਂ ਦੇ ਛੋਟੇ ਛੋਟੇ ਬੱਚੇ ਨੇ, ਜਿਹੜਾ ਬੰਦਾ ਦੁਕਾਨਦਾਰ ਮਾਰਿਆ ਗਿਆ ਉਹ ਆਦਾ ਆਪਣਾ ਨਾਈ ਦਾ ਕੰਮ ਕਰਦਾ ਹੈ, ਔਰ ਪੂਰੇ ਧਾਰ ਬਲਾਕ ਦੇ ਵਿੱਚ ਪੂਰੀ ਦਹਿਸ਼ਤ ਹੈ ਇਹਲੇ, ਕਿਉਂਕਿ ਸਾਰੇ ਲੋਕਾਂ ਦੀ ਆਵਾਜ਼ ਆ ਕਿ ਐਸਐਸਪੀ ਡੀਸੀ ਸਾਹਿਬ ਇੱਥੇ ਮੌਕੇ ਤੇ ਆਉਣ, ਉਹਨਾਂ ਦੇ ਬੰਦੇ ਤੇ ਪਰਚਾ ਕੀਤਾ ਜਾਏ, ਉਹਨਾਂ ਦੇ ਜਿਹੜੇ ਕੰਪਨਸੇਸ਼ਨ 8 ਲੱਖ ਜੋ ਵੀ ਬੰਦਾ ਮੈਨੂੰ ਨਹੀਂ ਪਤਾ ਉਹ ਵੀ ਦਿੱਤਾ ਜਾ, ਜਿੰਨਾ ਵੀ ਇਨਸਾਫ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਹੁਣ ਤੱਕ ਕੀ ਸਥਿਤੀ ਹੈ? ਇਹਨਾਂ ਸਥਿਤੀ ਉਹ ਕਹਿੰਦੇ ਬੰਦੇ ਅਰੈਸਟ ਕਰ ਲਏ, ਕਿਸੇ ਨੂੰ ਸਾਹਮਣੇ ਲੱਭੀ ਕੋਈ ਸਟੇਟਮੈਂਟ ਨਹੀਂ ਮਿਲੀ, ਕੋਈ ਉਹਦਾ ਐਫਆਈਆਰ ਦੀ ਅਜੇ ਤੱਕ ਕਾਪੀ ਨਹੀਂ ਮਿਲੀ, ਕਹਿੰਦੇ ਕਰ ਲੈ। 19 ਦਿਨ ਆਪਾਂ ਧਰਨਾ ਮੌਕੇ ਤੇ ਕਾਰਵਾਈ ਚ ਮੌਕੇ ਸਟੇਟਮੈਂਟ ਹਰ ਚੀਜ਼ ਮੌਕੇ ਤੇ, ਲੋਕਾਂ ਦੀ ਆਵਾਜ਼ ਹੈ। उधर इस बारे जब पुलिस तक सूचना पहुंची तो पुलिस भी मौके पर पहुंची। परिवार के बयानों के आधार पर मामला दर्ज करके कार्रवाई शुरू कर दी गई है। ਜਿਹੜੇ ਦੋਸ਼ੀ ਨੇ ਉਹਨਾਂ ਨਾਲ ਪੁਰਾਣੀ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ, ਤੇ ਜਿਹੜਾ ਉਹ ਅਸੀਂ ਹੁਣ ਸਟੇਟਮੈਂਟ ਲੈ ਕੇ ਐਫਆਈਆਰ ਜਲਦੀ ਦਰਜ ਕਰ ਰਹੇ ਹਾਂ, ਤੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਦੋਸ਼ੀਆਂ ਨੂੰ ਜਲਦੀ ਹਿਰਾਸਤ ਵਿੱਚ ਲੈ ਲਿਆ ਜਾਏਗਾ। ਸਰ ਪਰਿਵਾਰ ਤਾਂ ਨਾਲ ਲਾ ਕੇ ਬੈਠੇ ਆ, ਇਹ ਕੀ ਮਤਲਬ ਪਰਿਵਾਰ ਦੇ ਇਹਨਾਂ ਦੀ ਕੁਝ ਇਲਾਕੇ ਦੇ ਤੇ ਪਰਿਵਾਰ ਦੀਆਂ ਇਹਨਾਂ ਦੀ ਕੁਝ ਪੁਰਾਣੀਆਂ ਮੰਗਾਂ ਵੀ ਹੈਗੀਆਂ ਨੇ, ਜਿਹੜੀਆਂ ਉਹ ਨਾਲ ਲਗਾ ਕੇ ਕਹਿ ਰਹੇ ਨੇ ਕਿ ਉਹ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਉਹ ਜਿਹੜੇ ਪੁਰਾਣੇ ਤੁਹਾਡੀਆਂ ਮੰਗਾਂ ਨੇ ਉਹ ਵੀ ਅਸੀਂ ਪ੍ਰੋਪਰ ਜਿਹੜੀ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਨੋਟਿਸ ਲੈ ਕੇ ਉਹਦੀ ਇਨਕੁਆਇਰੀ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ, ਜੋ ਕਾਰਵਾਈ ਬਣੇਗੀ ਉਹ ਕਰਾਂਗੇ। ਸਰ ਕਿਹਾ ਜਾ ਰਿਹਾ ਕਿ ਸਵੇਰੇ 8 ਵਜੇ ਦੇ 8:15 ਵਜੇ ਦੇ ਲਗਭਗ ਦੀ ਇਹ ਵਾਰਦਾਤ ਹੈ, ਪਰ ਇੱਥੇ ਕਹਿੰਦੇ ਪੁਲਿਸ ਕਾਫੀ ਲੇਟ ਆਈ ਹੈ, ਉਹਦੇ ਬਾਰੇ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਹੈ ਨਾ ਜੀ ਵੀ ਹਸਪੀਟਲ ਇੰਜਰਡ ਹਾਲ 'ਚ ਬੰਦਾ ਦਾਖਲ ਹੈ, ਉਸੇ ਵੇਲੇ ਐਸਐਚਓ ਉੱਥੇ ਪਹੁੰਚ ਗਿਆ ਸੀਗਾ।
ਉਸ ਤੋਂ ਬਾਅਦ ਮੈਂ ਵੀ ਪਹੁੰਚ ਗਿਆ ਉੱਥੇ ਹਸਪੀਟਲ, ਜਦੋਂ ਅਸੀਂ ਦੇਖਿਆ ਵੀ ਉੱਥੇ ਡੈਥ ਹੋ ਗਿਆ। ਫਿਰ ਬਾਅਦ 'ਚ ਸਾਨੂੰ ਪਤਾ ਲੱਗਾ ਉੱਥੇ ਧਰਨਾ ਲਾਇਆ, ਫਿਰ ਉਹ ਨਾਲ ਹੀ ਅਸੀਂ ਇੱਥੇ ਆ ਗਏ। ਖੈਰ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਤਾਂ ਸਨਸਨੀ ਫੈਲੀ ਹੋਈ ਹੈ, ਲੋਕਾਂ 'ਚ ਡਰ ਦਾ ਮਾਹੌਲ ਹੈ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ, ਪਰ ਇਨਸਾਫ ਕਦੋਂ ਮਿਲੇਗਾ? ਕਦੋਂ ਮਿਲੇਗਾ ਇਨਸਾਫ? ਇਸ ਦਾ ਪਤਾ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਵੈਸੇ ਇਹ ਕੋਈ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਵੀ ਰੰਜਿਸ਼ ਕਾਰਨ ਕਈ ਜਾਨਾਂ ਜਾ ਚੁੱਕੀਆਂ ਨੇ, ਕਈ ਲੋਕ ਮਰ ਚੁੱਕੇ ਨੇ, ਜਿਨ੍ਹਾਂ ਬਾਰੇ ਅਸੀਂ ਕਈ ਵਾਰ ਤੁਹਾਨੂੰ ਖਬਰਾਂ ਵਿਖਾ ਚੁੱਕੇ ਹਾਂ। ਪਰ ਸਵਾਲ ਇਹੀ ਹੈ ਕਿ ਜੇਕਰ ਇਹ ਸਿਲਸਿਲਾ ਚੱਲਦਾ ਰਿਹਾ ਤਾਂ ਫਿਰ ਬਚੇਗਾ ਕੌਣ? ਕਹਿੰਦੇ ਨੇ ਨਾ ਕਿ ਅੱਖ ਬਦਲੇ ਅੱਖ ਕੱਢਣ ਦੀ ਰਵਾਇਤ ਇੱਕ ਦਿਨ ਪੂਰੀ ਦੁਨੀਆ ਨੂੰ ਅੰਨਾ ਕਰ ਦੇਗੀ। ਤੁਸੀਂ ਹੀ ਦੱਸੋ ਕੀ ਸਮਝੀਏ ਤੇ ਕੀ ਆਖੀਏ। BTC ਨਿਊਜ਼ ਲਈ ਸੁਜਾਨਪੁਰ ਤੋਂ ਮੁਕੇਸ਼ ਸੈਣੀ ਦੀ ਰਿਪੋਰਟ। ਅਗਲੀ ਖਬਰ ਦਾ ਰੁਖ ਕਰਦੇ ਹਾਂ, ਜੋ ਨਿਕਲ ਕੇ ਸਾਹਮਣੇ ਆਈ ਹੈ ਦਿੱਲੀ ਤੋਂ। ਜੀ ਹਾਂ, ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਇਹ ਦਾਅਵਾ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ ਕੰਪਲੈਕਸ 'ਚ ਇੱਕ ਫਾਂਸੀ ਘਰ ਮਿਲਿਆ ਹੈ। ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਵਿਧਾਨ ਸਭਾ ਦੇ ਇੱਕ ਹਿੱਸੇ ਦੀ ਕੰਧ ਜਦੋਂ ਤੋੜੀ ਗਈ ਤਾਂ ਇਸ ਦੇ ਪਿੱਛੇ ਇਹ ਫਾਂਸੀ ਘਰ ਮਿਲਿਆ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਹਾਲ 'ਚ ਇੱਕ ਸੁਰੰਗ ਵੀ ਮਿਲੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਕ੍ਰਾਂਤੀਕਾਰੀਆਂ ਨੂੰ, ਆਜ਼ਾਦੀ ਘੁਲਾਟੀਆਂ ਨੂੰ ਇੱਥੇ ਲਿਆ ਕੇ ਫਾਂਸੀ ਦਿੱਤੀ ਜਾਂਦੀ ਸੀ। और लाल किले से क्रांतिकारियों को सुरंग के जरिए लाया जाता था। माउथ टू माउथ ये जब जानकारी मिली, जो कर्मचारी थे उन्होंने पॉइंट आउट किया, उसको एक ट्राई किया गया, भाई खोद के देखा गया, तो सुरंग मिल गई। सुरंग मिलने के बाद फिर एक दिमाग में बात आई, भाई जो माउथ टू माउथ जो बात आ रही है कि यहाँ फांसी घर है। उस वक्त कर्मचारियों ने बताया कि फांसी घर ये बंद है, इसके अंदर फांसी घर। खोलते क्यों नहीं जी? सब डरते हैं खोलते हुए, जाना कोई चाहता नहीं। दीवार एज इट इज जो मिली, मुझे कर्मचारी ने इन्फॉर्म किया जो सफाई कर रहे थे, एक दीवार लगी हुई है जी, उस पर नया प्लास्टर हुआ है, उस पर वाइट वाश नहीं हुआ। मैं चलो देखते हैं, देखा ये दीवार है तो इसको हथौड़े से बजाया तो खोखली बोल रही थी, तो इसको खुलवाया। खुलवाने के बाद ये मिला। ਕਾਂਗਰਸ ਸਰਕਾਰ ਸਿੱਖਿਆ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਆਪਣੀ ਪਿੱਠ ਥਾਪੜ ਦੀ ਨਜ਼ਰ ਆਉਂਦੀ ਹੈ। ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਿਆ ਹੈ, ਸੂਬੇ ਦੇ ਵਿੱਚ ਸਮਾਰਟ ਸਕੂਲ ਬਣਾਏ ਨੇ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਕੂਲ ਦੀ ਸੈਰ ਕਰਵਾਉਂਦੇ ਹਾਂ ਜੋ ਕਿਸੇ ਵੀ ਸਮੇਂ ਬੱਚਿਆਂ ਦੀ ਕਬਰਗਾਹ ਬਣ ਸਕਦਾ ਹੈ। ਲਓ ਵੇਖੋ। ਆਖੀਏ ਸਿੱਖਿਆ ਮੰਤਰੀ ਸਾਹਿਬ ਤੁਹਾਨੂੰ ਕੀ ਕਹੀਏ ਮੁੱਖ ਮੰਤਰੀ ਚੰਨੀ ਸਾਹਿਬ ਨੂੰ, ਜੋ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਦੀਆਂ ਗੱਲਾਂ ਆਖ ਰਹੇ ਨੇ। ਆਪਣੀ ਪਿੱਠ ਤਾਂ ਜਨਾਬ ਖੁਦ ਹੀ ਥਾਪੜ ਰਹੇ ਨੇ। ਸਮਾਰਟ ਸਕੂਲ ਬਣਾਉਣ ਦੇ ਦਾਅਵੇ ਕਰ ਰਹੇ ਨੇ ਤੇ ਉਹਨਾਂ ਦਾਅਵਿਆਂ ਦੀ ਪੋਲ ਖੋਲ ਰਹੀਆਂ ਨੇ ਇਹ ਤਸਵੀਰਾਂ। ਟੁੱਟੀ ਇਮਾਰਤ ਹੈ, ਜਗ੍ਹਾ ਜਗ੍ਹਾ ਮਿੱਟੀ ਦੇ ਢੇਰ ਲੱਗੇ ਪਏ ਨੇ, ਬੂਹੇ ਬਾਰੀਆਂ ਟੁੱਟੀਆਂ ਪਈਆਂ ਨੇ, ਹਾਲਾਤ ਤਰਸਯੋਗ ਨੇ ਤੇ ਕਿਸੇ ਵੀ ਵਕਤ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸਰਕਾਰੀ ਦਾਅਵਿਆਂ ਦੀ ਸੱਚਾਈ ਨੂੰ ਉਜਾਗਰ ਕਰ ਰਹੀਆਂ ਇਹ ਤਸਵੀਰਾਂ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਏਤਰਾਣਾ ਸਾਦੀ ਹੀਰੀ ਦੀਆਂ। ਇੱਥੇ ਵਿਦਿਆ ਦੇ ਮੰਦਰ ਦੀ ਹਾਲਤ ਇੰਨੀ ਖਸਤਾ ਹੈ ਕਿ ਇਹ ਇਮਾਰਤ ਕਦੇ ਵੀ ਡਿੱਗ ਸਕਦੀ ਹੈ। 1957 'ਚ ਬਣੀ ਇਹ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ, ਪਰ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਲਾਂਕਿ ਸਰਕਾਰ ਵੱਲੋਂ ਕੁਝ ਨਵੇਂ ਕਮਰੇ ਜ਼ਰੂਰ ਬਣਵਾਏ ਗਏ ਨੇ, ਪਰ ਸਕੂਲ 'ਚ ਬੱਚਿਆਂ ਦੀ ਗਿਣਤੀ ਵੱਧ ਹੋਣ ਕਾਰਨ ਕਮਰੇ ਘੱਟ ਪੈ ਜਾਂਦੇ ਨੇ। ਇਸੇ ਕਾਰਨ ਇਹ ਮਾਸੂਮ ਹੱਡ ਚੀਰਵੀਂ ਠੰਡ 'ਚ ਵੀ ਖੁੱਲੇ ਅਸਮਾਨ ਹੇਠਾਂ ਕਲਾਸਾਂ ਲਾਉਣ ਨੂੰ ਮਜਬੂਰ ਨੇ। ਸਕੂਲੀ ਬੱਚਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਪੜ੍ਹਾਉਣ ਦੇ ਲਈ ਅਧਿਆਪਕਾਂ ਦੀ ਗਿਣਤੀ ਘੱਟ ਹੈ। ਇਹ ਬਿਲਡਿੰਗ ਵੀ ਅਸੁਰੱਖਿਅਤ ਹੈ। ਇਸੇ ਕਾਰਨ ਇੱਥੇ ਕਦੀ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਪਰ ਧਿਆਨ ਦੇਣ ਵਾਲਾ ਕੋਈ ਵੀ ਨਹੀਂ। ਸਾਡੇ ਸਕੂਲ ਦੀਆਂ ਬਿਲਡਿੰਗਾਂ ਜੀ ਸੇਫ ਨਹੀਂ ਹੈਗੀ ਜੀ। ਇਹ ਪੱਥਰ ਡਿੱਗਦੇ ਨੇ ਜੀ, ਤਾਂ ਕਰਕੇ ਅਸੀਂ ਬਾਹਰ ਬਹਿਣੇ ਆ ਜੀ। ਸਾਨੂੰ ਠੰਡ ਲੱਗਦੀ ਹੈ ਜੀ, ਕਮਰੇ ਘੱਟ ਨੇ ਜੀ ਕਲਾਸਾਂ ਹੀ ਸਾਡੀਆਂ। ਅਸੀਂ ਇਹ ਮੰਗ ਕਰਦੇ ਹਾਂ ਵੀ ਬਿਲਡਿੰਗਾਂ ਸੇਫ ਹੋਣੀਆਂ ਚਾਹੀਦੀਆਂ ਨੇ ਜੀ, ਵਧੀਆ ਜੀ, ਕਲਾਸਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਜੀ। ਅਸੀਂ ਅੰਦਰ ਬੈਠੀਏ ਜੀ, ਠੰਡ ਨਾ ਲੱਗੇ ਸਾਨੂੰ, ਵਧੀਆ ਪੂਰੀਆਂ ਕਲਾਸਾਂ ਹੋਣ ਜੀ। ਸਾਡਾ ਸਕੂਲ ਬਹੁਤ ਵਧੀਆ ਹੋਵੇ ਸਾਡਾ। ਇੰਨਾ ਹੀ ਨਹੀਂ, ਸਕੂਲ ਪ੍ਰਬੰਧਕ ਵੀ ਸਰਕਾਰ ਦੀ ਬੇਰੁਖੀ ਤੋਂ ਨਾਰਾਜ਼ ਚੱਲ ਰਹੇ ਨੇ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਕਈ ਵਾਰ ਸਿੱਖਿਆ ਮੰਤਰੀ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਇਸ ਬਾਬਤ ਮਿਲ ਚੁੱਕੇ ਹਾਂ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
ਬੱਚਿਆਂ ਨੂੰ ਖੁੱਲ੍ਹੇ ਅਸਮਾਨ ਹੇਠਾਂ ਹੀ ਪੜ੍ਹਨਾ ਪੈਂਦਾ ਹੈ। सरकार को बार बार बेनती करी है, वो हमारी सुन नहीं रही। की कमी है बिल्डिंग मान लो जी अनसेफ बिल्डिंग कितनी है? अर्निंग सेफ 11 कमरे हैं। हाँ, बच्चे हैं 700 तकरीबन। ये बच्चे कितने बैठते हैं फिर? बच्चे बाहर ग्राउंड में क्लासें लगती हैं, बाहर वो बेंच वहीं क्लासें लगेंगी। तो गर्मी में तो निकल गई, उन सर्दी में बहुत औखा हो जाएगा। की मांग करते हो सरकार तो तुसी? सरकार तो ये कर दे, सरकार कहती है स्मार्ट स्कूल बना दिए, स्मार्ट स्कूल बना दिए, पर हमें नहीं लगता भी स्मार्ट स्कूल बन गए। किन्ने पिंडां दे बच्चे आंदे इत्थे? इत्थे 5-6 पिंडां दे बच्चे आते हैं। तो 5 साल सरकार के लंघ गए हैं तो मान लो कोई काम स्कूल पास नहीं किया? नहीं, स्कूल पास तो कोई काम नहीं होया। बार बार घट्टो घट्ट हमने 10-12 बार संगरूर DO के कोल जा लिए, तो शिक्षा मंत्री विजेंद्र सिंह उसके पास भी जा लिए, तो कमरे नहीं हमारे स्कूल में आ रहे। ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਨੇ ਵੀ ਸਰਕਾਰ ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਕਈ ਵਾਰ ਮੰਗ ਕਰ ਚੁੱਕੇ ਹਾਂ ਪਰ ਕੋਈ ਵੀ ਸਾਰ ਲੈਣ ਨੂੰ ਰਾਜੀ ਨਹੀਂ ਹੁੰਦਾ। ਬਿਲਕੁਲ ਅਨਸੇਫ ਹੈ ਬਿਲਡਿੰਗ, ਉਤੋਂ ਬੱਚਿਆਂ ਨੂੰ ਅੰਦਰ ਬਿਠਾਉਂਦੇ ਆ ਤੇ ਪੱਥਰ ਵਗੈਰਾ ਡਿੱਗਦੇ ਆ, ਜਿਸ ਕਰਕੇ ਅਸੀਂ ਬੱਚਿਆਂ ਨੂੰ ਅੰਦਰ ਨਹੀਂ ਬਿਠਾ ਸਕਦੇ। ਬੱਚੇ ਸਾਡੇ ਹੁਣ ਸਰਦੀਆਂ ਦਾ ਟਾਈਮ ਹੈ, ਬਾਹਰ ਠੰਡ 'ਚ ਬੈਠਦੇ ਨੇ, ਬੜੀ ਮੁਸ਼ਕਲ ਹੈ ਇਹਨਾਂ ਨੂੰ ਠੰਡ ਦਾ ਸਾਰਾ ਕੁਝ ਸਹਿਣ ਕਰਨਾ ਪੈਂਦਾ ਹੈ ਤੇ ਬੜੀ ਮੁਸ਼ਕਲ ਨਾਲ ਹੀ ਸਕੂਲ ਦਾ ਰੇਖ ਹੈ ਜਿਹੜੀ ਬਹੁਤ ਵਧੀਆ ਨਹੀਂ ਹੈਗੀ। ਅਸੀਂ ਤਾਂ ਬਹੁਤ ਵਾਰੀ ਮੰਗ ਕਰ ਚੁੱਕੇ ਹਾਂ ਕਿ ਸਾਨੂੰ ਬਿਲਡਿੰਗ ਬਣਾ ਕੇ ਦਿਓ, ਕਈ ਵਾਰ ਜਾ ਚੁੱਕੇ ਹਾਂ ਅਸੀਂ, ਪਰ ਸਾਡੀ ਕੋਈ ਸੁਣਵਾਈ ਨਹੀਂ। ਬਿਲਕੁਲ ਜੀ ਬਿਲਕੁਲ, ਬਹੁਤ ਵਾਰੀ ਲਿਖ ਕੇ ਦਿੱਤਾ। ਹਾਲਾਤ ਬੱਚੇ ਬਿਮਾਰ ਹੋਣੇ ਜੀ ਠੰਡ 'ਚ, ਇੰਨੀ ਠੰਡ 'ਚ, ਸਰਦੀਆਂ 'ਚ ਤਾਂ ਬੱਚੇ ਛੋਟੇ ਬੱਚੇ ਨੇ ਨਰਸਰੀ ਤੋਂ ਲੈ ਕੇ, ਕਿਵੇਂ ਠੰਡ ਨੂੰ ਸਹਿਣ ਕਰ ਸਕਦੇ ਨੇ ਬੱਚੇ। ਉਧਰ ਇਸ ਮਾਮਲੇ ਬਾਰੇ ਜਦ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਰਕਾਰ ਨੂੰ ਤਾਂ ਕਈ ਵਾਰ ਯਾਦ ਕਰਵਾ ਚੁੱਕੇ ਹਾਂ ਕਿ ਇਹ ਬਿਲਡਿੰਗ 1957 ਦੀ ਬਣੀ ਹੈ। ਇਸ ਬਿਲਡਿੰਗ ਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ, ਪਰ ਅੱਜ ਤੱਕ ਕਦੇ ਵੀ ਕੋਈ ਪੋਜ਼ਿਟਿਵ ਰਿਸਪੌਂਸ ਨਾ ਮਿਲਿਆ। ਔਰ ਕੀ ਕਹਿੰਦੇ ਵਿਖਾਈ ਦੇ ਰਹੇ ਨੇ, ਸੁਣ ਲੈਂਦੇ ਹਾਂ। ਇਸ ਬਿਲਡਿੰਗ ਬਾਰੇ ਅਸੀਂ ਕਈ ਵਾਰ ਲਿਖ ਚੁੱਕੇ ਹਾਂ ਤੇ ਸਾਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ, ਨਾ ਹੀ ਉਹਨਾਂ ਨੇ ਸਾਡੇ ਲੈਟਰਸ ਦਾ ਕੋਈ ਜਵਾਬ ਦਿੱਤਾ ਹੈ, ਨਾ ਹੀ ਇਸ ਬਿਲਡਿੰਗ ਦੇ ਲਈ ਕੋਈ ਫੰਡਿੰਗ ਕੀਤੀ ਹੈ। ਅਸੀਂ ਲਿਖਿਆ ਸੀ ਇਸ ਨੂੰ ਡਿਮੋਲਿਸ਼ ਕਰਕੇ ਢਾਹ ਕੇ ਦੁਬਾਰਾ ਤਿਆਰ ਕੀਤੀ ਜਾਵੇ, ਕਿਉਂਕਿ PWD ਮਹਿਕਮੇ ਵੱਲੋਂ ਵੀ ਉਹਨਾਂ ਨੇ ਇਸ ਨੂੰ ਅਨਸੇਫ ਡਿਕਲੇਅਰ ਕਰਤਾ, ਕਿਉਂਕਿ ਜੋ ਬੱਚਿਆਂ ਦੇ ਬੈਠਣ ਲਈ ਬਿਲਕੁਲ ਹੀ ਸੇਫ ਨਹੀਂ ਹੈ। ਅਸੀਂ ਇਸ ਦੇ ਲਈ ਹੋਰ ਅਲੱਗ ਤਰ੍ਹਾਂ ਦੇ ਪ੍ਰਬੰਧ ਕੀਤੇ ਰਹੇ, ਬੱਚਿਆਂ ਨੂੰ ਫਿਰ ਵੀ ਅੰਦਰ ਰੂਮਸ ਦੇ ਅੰਦਰ ਹੋਰ ਰੂਮਸ ਦੇ ਵਿੱਚ ਅਰੇਂਜ ਕਰਕੇ ਬਿਠਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਬੱਚੇ ਦੀ ਸੁਰੱਖਿਆ ਦੇ ਲਈ ਜੋ ਬਿਲਡਿੰਗ ਹੈ ਅਨਸੇਫ ਹੈ। ਵੱਡੇ ਪੋਸਟਰ ਬਣਾ ਕੇ ਵਾਹਵਾਈ ਖੱਟਣ ਵਾਲਿਓ, ਵੱਡੇ ਦਾਅਵੇ ਕਰਨ ਵਾਲਿਓ ਕਿ ਇਹ ਨੇ ਸਮਾਰਟ ਸਕੂਲ ਜੋ ਤੁਸੀਂ ਬਣਾਏ, ਇਹ ਸਹੂਲਤਾਂ ਦਿੱਤੀਆਂ ਨੇ ਤੁਸੀਂ, ਮਾਸੂਮ ਠੰਡ 'ਚ ਬੈਠ ਕੇ ਪੜ੍ਹ ਰਹੇ ਨੇ, ਤੁਹਾਨੂੰ ਅਪੀਲਾਂ ਕਰ ਰਹੇ ਨੇ ਕਿ ਕਮਰੇ ਬਣਵਾ ਦਿਓ। ਤੁਹਾਡੇ ਅਧਿਕਾਰੀਆਂ ਤੱਕ ਕਈ ਵਾਰ ਪਹੁੰਚ ਵੀ ਕੀਤੀ ਗਈ, ਸ਼ਾਇਦ ਉਹਨਾਂ ਨੂੰ ਇਸ ਸਭ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਵੱਡਾ ਸਵਾਲ ਇਹੀ ਹੈ ਕਿ ਜੇਕਰ ਇੱਥੇ ਕੋਈ ਵੱਡੀ ਘਟਨਾ ਵਾਪਰਦੀ ਹੈ, ਠੰਡ 'ਚ ਬੱਚੇ ਬਿਮਾਰ ਹੋ ਜਾਂਦੇ ਨੇ, ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਦੱਸੋ ਚੰਨੀ ਸਾਹਿਬ, ਜਨਤਾ ਨੂੰ ਤੁਹਾਡੇ ਜਵਾਬ ਦੀ ਉਡੀਕ ਰਹੇਗੀ। BTC ਨਿਊਜ਼ ਲਈ ਸੰਗਰੂਰ ਤੋਂ ਪੁਰਸ਼ੋਤਮ ਕੌਸ਼ਿਕ ਦੀ ਰਿਪੋਰਟ। ਬੀਤੇ ਦਿਨੀ ਆਪਣੇ ਇਸੇ ਪ੍ਰੋਗਰਾਮ ਕੀ ਸਮਝੀਏ 'ਚ ਅਸੀਂ ਤੁਹਾਨੂੰ ਖਬਰ ਵਿਖਾਈ ਸੀ ਕਿ ਕਿਸ ਤਰੀਕੇ ਦੇ ਨਾਲ ਚਿੱਟੇ ਦਿਨੀ ਘਰੋਂ ਇੱਕ ਬੱਚੇ ਨੂੰ ਅਗਵਾ ਕਰ ਲਿੱਤਾ ਜਾਂਦਾ ਹੈ ਤੇ ਹੁਣ ਇਸ ਬੱਚੇ ਦੇ ਪਰਿਵਾਰਕ ਮੈਂਬਰ DSP ਦਫ਼ਤਰ ਦੇ ਬਾਹਰ ਧਰਨਾ ਲਾ ਕੇ ਬੈਠ ਗਏ ਨੇ ਤੇ ਇਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਵੀ ਦਿੱਤਾ ਜਾ ਰਿਹਾ ਹੈ। ਰਿਪੋਰਟ ਵੇਖੋ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਸਰਕਾਰ ਮੁਰਦਾਬਾਦ, ਚੰਨੀ ਸਰਕਾਰ ਮੁਰਦਾਬਾਦ। DSP ਦਫ਼ਤਰ ਬਾਹਰ ਮੁਰਦਾਬਾਦ ਤੇ ਨਾਰੇ ਲਗਾਏ ਜਾ ਰਹੇ ਨੇ, ਜਿਸ 'ਚ ਬਜ਼ੁਰਗ ਦਾਦਾ ਦਾਦੀ ਆਪਣੇ ਪੋਤੇ ਨੂੰ ਲੱਭਣ ਦੀ ਮੰਗ ਕਰ ਰਹੇ ਨੇ, ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ ਤੇ ਰੋ ਕੇ ਆਪਣੇ ਅਗਵਾ ਹੋਏ ਪੋਤੇ ਨੂੰ ਘਰ ਵਾਪਸ ਲਿਆਉਣ ਦੇ ਲਈ ਜਦੋਜਹਿਦ ਕਰ ਰਹੇ ਨੇ। ਚੰਨੀ ਸਰਕਾਰ ਮੁਰਦਾਬਾਦ, ਚੰਨੀ ਸਰਕਾਰ ਮੁਰਦਾਬਾਦ। ਦਰਅਸਲ ਬੀਤੇ ਸ਼ਨੀਵਾਰ ਨੂੰ ਦਸੂਆ 'ਚ 9 ਸਾਲਾ ਬਲਨੂਰ ਨੂੰ ਘਰੋਂ ਅਗਵਾ ਕਰ ਲਿਆ ਗਿਆ ਸੀ, ਉਹ ਵੀ ਦਿਨ ਦਹਾੜੇ ਸ਼ਰੇਆਮ, ਜਿਸ ਤੋਂ ਬਾਅਦ ਕਈ ਸਵਾਲ ਵੀ ਖੜੇ ਹੋਏ ਕਿ ਇਸ ਬੱਚੇ ਨੂੰ ਅਗਵਾ ਕਿਉਂ ਕੀਤਾ, ਕੀ ਕਾਰਨ ਹੋ ਸਕਦਾ ਹੈ, ਕੌਣ ਹੋ ਸਕਦਾ ਇਸ ਦੇ ਪਿੱਛੇ। ਨਾ ਕੋਈ ਧਮਕੀ ਮਿਲੀ, ਨਾ ਕੋਈ ਫਿਰੌਤੀ ਦੀ ਮੰਗ, ਆਖਰ ਵਜ੍ਹਾ ਕੀ ਹੈ? ਇਹ ਪਹੇਲੀ ਬਣੀ ਹੋਈ ਸੀ। ਪਰ ਇਸ ਪੂਰੀ ਵਾਰਦਾਤ ਦਾ ਖੁਲਾਸਾ ਉਦੋਂ ਹੋਇਆ ਜਦ ਬੱਚੇ ਦੀ ਮਾਂ ਵੱਲੋਂ ਇੱਕ ਵੀਡੀਓ ਜਾਰੀ ਕਰ ਦਿੱਤੀ ਗਈ, ਜਿਸ 'ਚ ਉਸ ਦਾ ਬੱਚਾ ਉਸ ਦੇ ਨਾਲ ਹੀ ਵਿਖਾਈ ਦੇ ਰਿਹਾ ਸੀ। ਇਸ 'ਚ ਬੱਚੇ ਦੀ ਮਾਂ ਆਪਣੇ ਸਹੁਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾ ਰਹੀ,
ਆਖ ਰਹੀ ਹੈ ਕਿ ਬੱਚਾ ਮੇਰੇ ਕੋਲ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੈਂ ਹਰਮੀਤ ਕੌਰ ਬਲਨੂਰ ਸਿੰਘ ਦੀ ਮਦਰ ਬੋਲ ਰਹੀ ਹਾਂ। ਬਲਨੂਰ ਸਿੰਘ ਮੇਰੇ ਕੋਲ ਹੈ, ਸੇਫ ਹੈ। ਮੇਰਾ ਮੇਰੇ ਸਹੁਰੇ ਪਰਿਵਾਰ ਨਾਲ ਡਿਸਪਿਊਟ ਚੱਲ ਰਿਹਾ ਸੀਗਾ। 1 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀਗਾ, ਜੋ ਉਹਨਾਂ ਦੇ ਖਿਲਾਫ ਮੈਂ 498 ਦਾ ਪਰਚਾ ਵੀ ਦਰਜ ਕਰਵਾਇਆ ਹੋਇਆ ਹੈ। ਉਹ ਮੈਨੂੰ ਮੇਰੇ ਬੇਟੇ ਨੂੰ ਨਾ ਤਾਂ ਮਿਲ ਦਿੰਦੇ ਸੀਗੇ ਤੇ ਨਾ ਹੀ ਮੇਰੀ ਗੱਲ ਕਰਵਾਉਂਦੇ ਸੀਗੇ। ਹੁਣ ਉਹ ਮੇਰੇ ਬੇਟੇ ਨੂੰ ਮੇਰੇ ਜੇਠ ਨੂੰ ਦੇਣਾ ਚਾਹੁੰਦੇ ਸੀਗੇ, ਕਿਉਂਕਿ ਉਹਦੀਆਂ 3 ਬੇਟੀਆਂ ਨੇ। ਇਸ ਲਈ ਮੈਂ ਪਰੇਸ਼ਾਨ ਹੋ ਕੇ ਆਪਣਾ ਬੇਟਾ ਉੱਥੋਂ ਲੈ ਕੇ ਆ ਗਈ ਹਾਂ ਤੇ ਹੁਣ ਉਹ ਲੋਕਾਂ ਨੂੰ ਮਗਰੋਂ ਨਜਾਇਜ਼ ਤੰਗ ਪਰੇਸ਼ਾਨ ਕਰ ਰਹੇ ਨੇ, ਆਪਣੀਆਂ ਰੰਚਾਂ ਕੱਢ ਰਹੇ ਨੇ। ਇਸ ਲਈ ਮੇਰੀ ਬੇਨਤੀ ਹੈ ਕਿ ਮਗਰੋਂ ਕਿਸੇ ਨੂੰ ਨਜਾਇਜ਼ ਤੰਗ ਪਰੇਸ਼ਾਨ ਨਾ ਕੀਤਾ ਜਾਏ, ਕਿਉਂਕਿ ਜਿਹੜਾ ਮੇਰਾ ਬੇਟਾ ਹੈ ਬਲਨੂਰ ਸਿੰਘ, ਉਹ ਮੇਰੇ ਕੋਲ ਹੈ, ਉਹ ਸੇਫ ਹੈ। ਮੈਂ ਬਲਨੂਰ ਸਿੰਘ ਬੋਲ ਰਿਹਾ। ਮੈਂ ਆਪਣੀ ਮੰਮਾ ਦੇ ਕੋਲ ਆ ਤੇ ਮੈਂ ਸੇਫ ਹਾਂ ਤੇ ਮੇਰੇ ਦਾਦੀ ਤੇ ਡੈਡੀ ਮੈਨੂੰ ਮਿਲ ਨਹੀਂ ਦਿੰਦੇ ਸੀ ਤੇ ਮੈਂ ਆਪਣੀ ਮੰਮਾ ਦੇ ਕੋਲ ਆ ਤੇ ਮੈਂ ਸੇਫ ਹਾਂ। ਬਾਏ। ਤਾਂ ਸੁਣਿਆ ਹੈ ਮਹਿਲਾ ਆਪਣੇ ਸਹੁਰਾ ਪਰਿਵਾਰ ਤੇ ਇਲਜ਼ਾਮ ਲਗਾ ਰਹੀ ਹੈ, ਕੁੱਟਮਾਰ ਕਰਨ ਦੀ ਗੱਲ ਆਖ ਰਹੀ ਹੈ। ਦੂਜੇ ਪਾਸੇ ਸਹੁਰਾ ਪਰਿਵਾਰ ਨੇ ਇਸ ਮਹਿਲਾ ਦੇ ਪਿੰਡ ਦੇ ਕਿਸੇ ਵਿਅਕਤੀ ਦੇ ਨਾਲ ਨਾਜਾਇਜ਼ ਸੰਬੰਧ ਹੋਣ ਦੀ ਗੱਲ ਆਖੀ। ਦਾਦਾ ਦਾਦੀ ਲਗਾਤਾਰ ਆਪਣੇ ਪੋਤੇ ਨੂੰ ਲੱਭ ਰਹੇ ਨੇ। ਇਹੀ ਵਜ੍ਹਾ ਹੈ ਕਿ ਉਹਨਾਂ ਸੋਮਵਾਰ ਨੂੰ ਡੀਐਸਪੀ ਦਫ਼ਤਰ ਦਸੂਹਾ ਦਾ ਘਿਰਾਓ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜੰਮ ਕੇ ਲਾਂਤਾਂ ਪਾਈਆਂ ਗਈਆਂ। ਬਲਨੂਰ ਦੇ ਅਪਹਰਨ ਨੂੰ ਅੱਜ ਚੌਥਾ ਦਿਨ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਡੀਐਸਪੀ ਦਫ਼ਤਰ ਦਸੂਹਾ ਦੀਆਂ, ਜਿੱਥੇ ਕਿ ਬਲਨੂਰ ਦੇ ਦਾਦਾ ਦਾਦੀ ਅਤੇ ਸਮਰਥਕਾਂ ਵੱਲੋਂ ਅੱਜ ਜਾਮ ਲਗਾਇਆ ਗਿਆ ਹੈ। ਰੋਸ ਘਿਰਾਓ ਕੀਤਾ ਗਿਆ ਹੈ ਡੀਐਸਪੀ ਦਫ਼ਤਰ ਦਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਡੀਐਸਪੀ ਦਫ਼ਤਰ ਦਸੂਹਾ ਦੇ ਬਾਹਰ ਦੀਆਂ, ਜਿੱਥੇ ਕਿ ਬਲਨੂਰ ਦੇ ਦਾਦਾ ਦਾਦੀ ਜਿੱਥੇ ਪਹੁੰਚੇ ਹਨ, ਉੱਥੇ ਹੀ ਸਮਰਥਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹਨ। ਇਸ ਦੌਰਾਨ ਬਲਨੂਰ ਦੇ ਦਾਦਾ ਦਾਦੀ ਨੇ ਵੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਕਈ ਗੰਭੀਰ ਸਵਾਲ ਖੜੇ ਕੀਤੇ ਤੇ ਕਾਰਵਾਈ ਕਰਨ ਦੇ ਲਈ 24 ਘੰਟੇ ਦਾ ਅਲਟੀਮੇਟਮ ਪੁਲਿਸ ਨੂੰ ਦਿੱਤਾ ਹੈ। 4 ਦਿਨ ਦੇ ਵਿੱਚ ਕੋਈ ਬੰਦਾ ਫੜਿਆ ਨਹੀਂ ਗਿਆ, ਸਾਡਾ ਬੱਚਾ ਵਾਪਸ ਨਹੀਂ ਆਇਆ ਤੇ ਕਿੱਦਾਂ ਦੀ ਕਾਰਗੁਜ਼ਾਰੀ ਤੁਸੀਂ ਸਮਝ ਸਕਦੇ ਹੋ। ਬਹੁਤ ਢਿੱਲੀ ਤੇ ਬਹੁਤ ਮਾੜੀ ਕਾਰਗੁਜ਼ਾਰੀ। ਇੱਕ ਵੀਡੀਓ ਆਉਂਦੀ ਹੈ ਸਾਹਮਣੇ ਉਹਦੀ ਮਾਂ ਦੀ ਵੀ, ਬਲਨੂਰ ਜਿਹੜਾ ਹੈ ਮੇਰੇ ਨਾਲ ਔਰ ਸੁਰੱਖਿਅਤ ਆ। ਇਹਦੇ ਬਾਰੇ ਕੀ ਸੱਚਾਈ ਹੈ, ਕੀ ਕਹਿਣਾ ਚਾਹੋਗੇ? ਜੇ ਉਹਨੇ ਵੀਡੀਓ ਪਾਈ ਹੈ ਸੋਸ਼ਲ ਮੀਡੀਆ ਤੇ, ਸਰਕਾਰ ਨੇ ਪੰਜਾਬ ਪੁਲਿਸ ਨੇ ਉਹਦੇ ਬਾਰੇ ਕੀ ਕਾਰਵਾਈ ਕੀਤੀ ਹੈ ਜਾਂ ਕਿਉਂ ਨਹੀਂ ਫੜਿਆ ਗਿਆ? ਉਹ ਕਿੱਥੋਂ ਵੀਡੀਓ ਵਾਇਰਲ ਹੋਈ ਹੈ? ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਾ ਵੀ ਉਹ ਕਿੱਥੇ ਬੈਠੀ ਆ? ਇਹਨਾਂ 4 ਦਿਨਾਂ ਦੀ ਜੇ ਗੱਲ ਕਰੀਏ ਤਾਂ ਪੁਲਿਸ ਵੱਲੋਂ ਕੋਈ ਅਰੈਸਟ ਪਾਈ ਗਈ ਹੈ ਜਾਂ ਕੋਈ ਗੱਲ ਕੀਤੀ? ਜਿਹੜੀ ਅਰੈਸਟ ਪਾਉਂਦੇ, ਕੋਈ ਬੰਦਾ ਫੜ ਕੇ ਲਿਆਉਂਦੇ ਨੇ, ਉਹਨੂੰ ਮੁੜ ਕੇ ਸ਼ਾਮ ਨੂੰ ਛੱਡ ਦਿੰਦੇ ਨੇ। ਡੀਐਫਸੀ ਦਾ ਨੇ ਕਿਹਾ ਵੀ ਮੈਨੂੰ ਅੱਜ ਬੱਚਾ ਸ਼ਾਮ ਤੱਕ ਵੀ ਆ ਸਕਦਾ ਤੇ ਕੱਲ ਸ਼ਾਮ ਤੱਕ ਦਾ ਟਾਈਮ ਦਿਓ। ਜੇ ਤੁਸੀਂ ਕੱਲ ਸ਼ਾਮ ਤੱਕ ਨਹੀਂ ਇਹ ਪੇਸ਼ ਕਰਦੇ ਤੇ ਤੁਸੀਂ ਜੋ ਮਰਜ਼ੀ ਕਰ ਲਓ ਘਰ ਵੀ। ਤਾਂ ਜੇ ਹਾਲੇ ਤੱਕ ਵੀ ਜਿਹੜਾ 24 ਘੰਟੇ ਦਾ ਆਸ਼ਵਾਸਨ ਦਿੱਤਾ ਗਿਆ ਹੈ, ਜੋ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਕੀ ਕਹੋਗੇ? ਅਸੀਂ ਪਰਸੋਂ ਸਵੇਰੇ ਜੀਡੀ ਰੋਡ ਤੇ ਧਰਨਾ ਦੇਵਾਂਗੇ, ਹਾਈਵੇ ਜਾਮ ਕਰ ਦਾਂਗੇ। ਤਗੜੇ ਦਾ ਕੁੱਤਾ ਵੀ ਗੁੰਮ ਹੋ ਜਾਏ ਤੇ ਪੁਲਿਸ ਸੜਕਾਂ ਤੇ ਉੱਤਰ ਆਉਂਦੀ ਏ, ਸਾਰਾ ਕੁਝ ਠੱਪ ਹੋ ਜਾਂਦਾ ਤੇ ਭਲੇ ਮਾਨਸ ਗਰੀਬ ਦਾ ਪੋਤਾ, ਮੇਰਾ ਜਵਾਨ ਪੋਤਾ 4 ਦਿਨ ਹੋ ਗਏ ਨੇ ਗੁੰਮ ਹੋ ਗਿਆ। ਕਿਸੇ ਨੇ ਇੱਕ ਵਾਰੀ ਹਾਂ ਦਾ ਨਾਰਾ ਨਹੀਂ ਮਾਰਿਆ। ਜੇ ਅਸੀਂ ਇੱਥੇ ਹੁੰਦੇ, ਸਾਡੀ ਕੋਈ ਪੁਲਿਸ ਸੁਣਵਾਈ ਨਹੀਂ ਕਰਦੀ। ਪੁਲਿਸ ਉਹਨਾਂ ਦੇ ਨਾਲ ਰਲੀ ਹੈ, ਸਾਰਾ ਕੁਝ ਇਹਨਾਂ ਨੂੰ ਪਤਾ ਲੱਗ ਜਾਂਦਾ। ਬੰਦਾ ਮਗਰੋਂ ਫੜੀ ਦਾ ਤਾਂ ਪਹਿਲਾਂ ਛੱਡ ਦਿੰਦੇ ਨੇ। ਇਹਨਾਂ ਜਿਹੜੇ ਬੰਦੇ ਫੜੇ ਉਹ ਵੀ ਇਹਨਾਂ ਛੱਡ ਦਿੱਤੇ ਨੇ। ਤੁਹਾਡਾ ਬੱਚਾ ਘਰ ਦੇ ਗੇਟ ਤੋਂ ਚੱਕ ਹੋ ਗਿਆ ਔਰ 4 ਦਿਨ ਗੇਟ ਤੋਂ ਚੱਕਿਆ ਗਿਆ, ਗੇਟ ਤੋਂ ਦਿਨ ਦਿਹਾੜੇ ਚੱਕਿਆ ਗਿਆ। ਚੱਕਿਆ ਵੀ ਫਿਰ ਵੇਖ ਲਓ, ਆਪਣੇ ਨੇ ਚੱਕਿਆ, ਕਿਹੜਾ ਬਗਾਨੇ ਨੇ ਚੱਕਿਆ? ਕੋਈ ਬਗਾਨਾ ਚੱਕਦਾ? ਮਾਂ ਨੇ ਚੱਕਿਆ। ਮਾਂ ਨੇ ਚੱਕਣ ਦਾ ਇਹ ਤਰੀਕਾ ਸੀ ਮਾਂ ਦਾ? ਮਾਂ ਮਿਲ ਸਕਦੀ ਉਸ ਘਰ 'ਚ 9 ਸਾਲ ਤੇ 3 ਦਿਨ ਰਹਿ ਕੇ ਆਈ ਹੈ। ਉਸ ਘਰ 'ਚ ਦੁਬਾਰਾ ਜਾ ਸਕਦੀ ਸੀ ਬੱਚੇ ਨੂੰ ਮਿਲਣ ਲਈ, ਕਿਸੇ ਦੀ ਸਪੋਰਟ ਲੈਂਦੀ। ਤਸਵੀਰਾਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕੀਤੀਆਂ ਹਨ। ਇਸ ਵੇਲੇ ਬਲਨੂਰ ਦੇ ਜਿਹੜੇ ਦਾਦਾ ਦਾਦੀ ਹੈ, ਉਹ ਆਪਣੇ ਸਮਰਥਕਾਂ ਦੇ ਨਾਲ ਇਸ ਵੇਲੇ ਡੀਐਸਪੀ ਦਫ਼ਤਰ ਦੇ ਬਾਹਰ ਪਹੁੰਚ ਕੇ ਦਾ ਘਿਰਾਵ ਕਰਨ ਦੇ ਬਾਹਰ ਪਹੁੰਚੇ ਹਨ, ਕਿਉਂਕਿ 4 ਦਿਨ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਬਲਨੂਰ ਦੀ ਨਾ ਤਾਂ ਕੋਈ ਸੁਧ ਦਿੱਤੀ ਗਈ ਹੈ, ਨਾ ਹੀ ਉਹਨਾਂ ਦੇ ਪਰਿਵਾਰ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਡੀਐਸਪੀ ਸਾਹਿਬ ਵੱਲੋਂ 24 ਘੰਟੇ ਦਾ ਜਿਹੜਾ ਟਾਈਮ ਮੰਗਿਆ ਗਿਆ ਹੈ, ਆਉਣ ਵਾਲੇ ਕੱਲ ਸ਼ਾਮ ਤੱਕ ਬਲਨੂਰ ਬਾਰੇ ਕੀ ਇਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ, ਕੀ ਭਰੋਸਾ ਦਿੱਤਾ ਜਾਂਦਾ ਹੈ। ਇਹਨਾਂ ਵੱਲੋਂ ਸਿੱਧੇ ਤੌਰ 'ਤੇ ਚੇਤਾਵਨੀ ਹੈ ਕਿ ਕੱਲ ਸ਼ਾਮ ਤੱਕ ਵੀ ਜੇਕਰ ਬਲਨੂਰ ਬਾਰੇ ਇਹਨਾਂ ਨੂੰ ਕੋਈ ਜਾਣਕਾਰੀ ਨਾ ਦਿੱਤੀ ਗਈ ਤਾਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਏਗਾ। ਯੋਗੇਸ਼ ਕੁਮਾਰ, ਪੀਟੀਸੀ ਨਿਊਜ਼, ਹੁਸ਼ਿਆਰਪੁਰ।